ਵਾਹਿਗੁਰੂ ਸਾਹਿਬ ਜੀਓ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸਨੂੰ, ਹੋਰ ਕਿਆ ਕਰੈ ਵਿਚਾਰਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸਨੂੰ, ਹੋਰ ਕਿਆ ਕਰੈ ਵਿਚਾਰਿਆ। ਇਕ ਭਰਮ ਭੂਲੇ ਫਿਰੈ ਦੈ ਦਿਸ਼, ਇਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੈ। ਕਹਿ ਨਾਨਕ ਜਿਸ ਦੇ ਪਿਆਰੇ, ਸੋਈ ਜਨ ਪਾਵੈ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ। ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਹਜ਼ੂਰੀ ਵਿਖੇ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ, ਸਤਿਗੁਰੂ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਨੇ। ਆਪਣੇ ਪਾਵਨ ਦਰਬਾਰ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ ਔਰ ਗੁਰੂ ਚਰਨਾਂ 'ਚ ਜੁੜ ਮਿਲ ਬੈਠ ਪਾਵਨ ਬਾਣੀ ਦੇ ਸ਼ਬਦ ਕੀਰਤਨ, ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਬਹੁਤ ਪਿਆਰ ਸਹਿਤ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ, ਘੜੀਆਂ ਸਫਲ ਬਣਾਈਆਂ ਹਨ। ਉਪਰੰਤ ਸਮਾਂ ਹੋਇਆ ਹੈ ਕਥਾ ਵਿਚਾਰਾਂ ਦਾ, ਗੁਰਬਾਣੀ ਵਿਚਾਰ ਦਾ ਔਰ ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ। ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ, ਆਨੰਦ ਸਾਹਿਬ ਦੇ ਪਾਵਨ ਪਵਿੱਤਰ ਬਚਨ ਆਪ ਜੀ ਨੇ ਪਿਆਰ ਸਹਿਤ ਮੁੱਖ ਵਾਕ ਰੂਪ 'ਚ ਸ਼ਰਵਣ ਕੀਤੇ ਹਨ। ਇਸ ਬਾਣੀ ਦੀ ਲੜੀਵਾਰ ਵਿਚਾਰ ਦੀ ਲੜੀ ਅਧੀਨ ਬਾਣੀ ਦੀਆਂ ਮੁੱਢਲੀਆਂ 7 ਪੌੜੀਆਂ ਤੱਕ ਦੀ ਵਿਚਾਰ ਆਪ ਜੀ ਨੇ ਪਿਛਲੇਰਿਆਂ ਦੀਵਾਨਾਂ 'ਚ ਲਗਾਤਾਰ ਸ਼ਰਵਣ ਕੀਤੀ ਹੈ। ਇਸ ਤੋਂ ਅਗਲੇ ਬਚਨਾਂ ਦੀ ਵਿਚਾਰ ਅੱਜ ਦੇ ਦੀਵਾਨਾਂ 'ਚ ਸਾਂਝੀ ਕਰਨੀ ਹੈ। ਕੱਲ੍ਹ 7ਵੀਂ ਪੌੜੀ ਦੀ ਵਿਚਾਰ ਜਿੱਥੋਂ ਆਪ ਜੀ ਨੇ ਸ਼ਰਵਣ ਕੀਤੀ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਮਹਾਰਾਜ ਕਹਿੰਦੇ ਆਨੰਦ ਆਨੰਦ ਦੀਆਂ ਬਾਤਾਂ ਤਾਂ ਸਾਰੇ ਕਰਦੇ ਨੇ, ਪਰ ਅਸਲ 'ਚ ਆਨੰਦ
ਗੁਰੂ ਰਾਹੀਂ ਜਾਣਿਆ ਜਾ ਸਕਦਾ ਹੈ। ਗੁਰੂ ਰਾਹੀਂ ਆਨੰਦ ਨੂੰ ਮਾਣਿਆ ਜਾ ਸਕਦਾ ਹੈ। ਗੁਰੂ ਰਾਹੀਂ ਮਨੁੱਖ ਆਨੰਦ ਅਵਸਥਾ ਤੱਕ ਪਹੁੰਚ ਸਕਦਾ ਹੈ। ਤੇ ਸਤਿਗੁਰੂ ਨੇ ਰਹਿਮਤ ਕਰਕੇ ਇਹ ਵੀ ਸਮਝਾਇਆ ਕਿ ਜਿਹੜੇ ਛੋਟੇ ਛੋਟੇ ਆਪਾਂ ਸੁੱਖ ਇਸ ਜੀਵਨ ਕਾਲ ਅੰਦਰ ਮਾਣਦੇ ਹਾਂ, ਉਹ ਸੁੱਖ ਤੇ ਹਨ ਪਰ ਆਨੰਦ ਨਹੀਂ ਹੈ। ਆਨੰਦ ਤੇ ਇੱਕ ਅੰਦਰ ਦੀ ਅਧਿਆਤਮਕ ਅਵਸਥਾ ਦਾ ਸਿਖਰ ਹੈ। ਉਹ ਅਵਸਥਾ ਜਿੱਥੇ ਜਾ ਕੇ ਮਨੁੱਖ ਦੁੱਖ ਤੇ ਸੁੱਖ ਨੂੰ ਹੱਸ ਕੇ ਕਬੂਲ ਕਰਦਾ ਹੈ। ਜਿੱਥੇ ਪਹੁੰਚਿਆ ਹੋਇਆ ਮਨੁੱਖ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਾਹੀ ਵਿਯੋਗ ਦੀ ਅਵਸਥਾ 'ਚ ਵਿਚਰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੁਣ ਉਹ ਜਿਹੜੀ ਆਨੰਦ ਦੀ ਅਵਸਥਾ ਹੈ, ਜਿਵੇਂ ਸਤਿਗੁਰੂ ਨੇ ਪਿਛਲੀ ਪੌੜੀ 'ਚ ਕਿਹਾ ਨਾ, ਆਨੰਦ ਗੁਰੂ ਤੇ ਜਾਣਿਆ। ਆਨੰਦ ਨੂੰ ਗੁਰੂ ਰਾਹੀਂ ਜਾਣਿਆ ਜਾ ਸਕਦਾ ਹੈ। 8ਵੀਂ ਪੌੜੀ 'ਚ ਮਹਾਰਾਜ ਕਹਿੰਦੇ ਹੈ, ਮਾਲਕ ਜੀ ਇਹ ਜਿਹੜੀ ਆਨੰਦ ਅਵਸਥਾ ਹੈ, ਆਨੰਦ ਦੀ ਦਾਤ ਹੈ, ਇਹ ਉਸੇ ਨੂੰ ਮਿਲਦੀ ਹੈ ਜਿਹਨੂੰ ਤੁਸੀਂ ਆਪ ਤਰੁੱਠ ਕੇ ਇਹ ਦਾਤ ਬਖਸ਼ਦੇ ਹੋ। ਉਹਦੇ ਤੋਂ ਬਿਨਾਂ ਮਨੁੱਖ ਇਹ ਚੀਜ਼, ਇਹ ਦਾਤ, ਇਹ ਅਵਸਥਾ ਨੂੰ, ਇਸ ਪਰਮ ਪਦ ਨੂੰ ਪ੍ਰਾਪਤ ਨਹੀਂ ਕਰ ਸਕਦਾ ਹੈ। ਜ਼ਬਰਦਸਤੀ ਖੋ ਕੇ ਇਹ ਅਵਸਥਾ ਨਹੀਂ ਪਾਈ ਜਾ ਸਕਦੀ, ਔਰ ਪੈਸੇ ਦੇ ਨਾਲ ਖਰੀਦ ਕੇ ਵੀ ਇਹ ਅਵਸਥਾ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ ਹੈ। ਵੈਸੇ ਤੇ ਵੇਖੋ ਜਿਹੜਾ ਸੁੱਖ ਵੀ ਹੈ ਨਾ, ਇਹ ਤਾਂ ਆਨੰਦ ਦੀ ਗੱਲ ਹੈ ਨਾ, ਕਿ ਗੁਰੂ ਦੀ ਦਾਤੇ ਦੀ, ਵਾਹਿਗੁਰੂ ਦੀ ਮਿਹਰ ਸਦਕਾ ਆਨੰਦ ਮਿਲਦਾ ਹੈ। ਆਨੰਦ ਤੋਂ ਪਹਿਲਾਂ ਹੈ ਸੁੱਖ, ਤੇ ਸੁੱਖ ਵੀ ਜਿਹੜਾ ਹੈ ਪੈਸੇ ਦੇ ਨਾਲ ਉਹ ਵੀ ਨਹੀਂ ਖਰੀਦਿਆ ਜਾ ਸਕਦਾ। ਬੰਦਾ ਸੁੱਖਾਂ ਦੇ ਸਾਧਨ ਪੈਸੇ ਦੇ ਨਾਲ ਖਰੀਦ ਸਕਦਾ ਹੈ, ਪਰ ਸੁੱਖ ਨਹੀਂ ਖਰੀਦਿਆ ਜਾ ਸਕਦਾ। ਵਧੀਆ ਦਵਾਈ ਪੈਸੇ ਦੇ ਨਾਲ ਖਰੀਦੀ ਜਾ ਸਕਦੀ ਹੈ, ਤੰਦਰੁਸਤੀ ਨਹੀਂ। ਪੈਸੇ ਦੇ ਨਾਲ ਬੰਦਾ ਵਧੀਆ ਤੋਂ ਵਧੀਆ ਹਸਪਤਾਲ 'ਚ ਇਲਾਜ ਕਰਵਾ ਸਕਦਾ ਹੈ, ਤੰਦਰੁਸਤੀ ਦੀ ਕੋਈ ਗਰੰਟੀ ਨਹੀਂ ਹੈ, ਕੋਈ ਦਾਅਵਾ ਨਹੀਂ ਹੈ। ਪੈਸੇ ਦੇ ਨਾਲ ਬੰਦਾ ਸੁੱਖ ਸਾਧਨ ਖਰੀਦ ਸਕਦਾ ਹੈ, ਸੁੱਖ ਨਹੀਂ। ਸੌਣ ਦੇ ਲਈ, ਆਰਾਮ ਦੇ ਲਈ ਸੋਹਣੀ ਸੇਜਾ, ਸੋਹਣੇ ਬਿਸਤਰ, ਪਲੰਗ ਦਾ ਪ੍ਰਬੰਧ ਬੰਦਾ ਕਰ ਸਕਦਾ ਹੈ ਪੈਸੇ ਦੇ ਨਾਲ, ਪਰ ਨੀਂਦ ਖਰੀਦੀ ਨਹੀਂ ਜਾ ਸਕਦੀ ਹੈ, ਖੁਸ਼ੀਆਂ ਖਰੀਦੀਆਂ ਨਹੀਂ ਜਾ ਸਕਦੀਆਂ ਨੇ। ਇਹ ਤੇ ਮਾਲਕ ਦੀ ਕਿਰਪਾ ਹੈ। ਭਾਈ ਮਨਸੁਖ ਨੂੰ ਰਾਜੇ ਸ਼ਿਵਨਾਭ ਨੇ ਜੇਲ੍ਹ ਦੇ ਅੰਦਰ ਬੰਦ ਕਰ ਦਿੱਤਾ, ਤੇ ਆਪ ਰਾਜਾ ਮਹਿਲਾਂ ਦੇ ਵਿੱਚ ਹੈ। ਭਾਈ ਮਨਸੁਖ ਜੇਲ੍ਹ ਦੀ ਕਾਲ ਕੋਠੜੀ ਦੇ ਵਿੱਚ ਵੀ ਰੱਬੀ ਵਡਿਆਈਆਂ ਦੇ ਤਰਾਨੇ ਗਾਉਂਦਾ ਹੈ, ਆਨੰਦ 'ਚ ਹੈ। ਤੇ ਰਾਜਾ ਸ਼ਿਵਨਾਭ ਸ਼ਾਹੀ ਮਖਮਲੀ ਸੇਜਾਂ ਦੇ ਉੱਤੇ ਪਿਆ ਵੀ ਤੜਫਦਾ ਪਿਆ ਹੈ। ਅੰਮ੍ਰਿਤ ਵੇਲੇ ਜਦੋਂ ਗੁਰੂ ਕੇ ਸਿੱਖ ਨੇ ਮਿੱਠੀ ਆਵਾਜ਼ 'ਚ ਬਾਣੀ ਦੇ ਸ਼ਬਦ ਗਾਏ, ਇਹ ਹੈਰਾਨ ਹੋ ਗਿਆ, ਕਹਿਣ ਲੱਗਾ ਇਹ ਕੌਣ ਹੈ? ਫਿਰ ਪੁੱਛ ਪੜਤਾਲ ਕਰਨ ਤੇ ਪਤਾ ਲੱਗਿਆ ਜੀ ਉਹੀ ਕੈਦੀ ਹੈ ਜਿਹਨੂੰ ਤੁਹਾਡਾ ਹੁਕਮ ਨਾ ਮੰਨਣ ਕਰਕੇ, ਵਰਤ ਨਾ ਰੱਖਣ ਦੇ ਜ਼ੁਰਮ ਕਰਕੇ ਅੰਦਰ ਬੰਦ ਕੀਤਾ ਗਿਆ ਹੈ। ਤੇ ਰਾਜਾ ਬੜਾ ਹੈਰਾਨ ਕਿ ਕਮਾਲ ਹੈ, ਮੈਂ ਸ਼ਾਹੀ ਮਖਮਲੀ ਸੇਜਾ ਤੇ ਵੀ ਤੜਫ ਰਿਹਾ ਹਾਂ, ਉਹ ਜੇਲ੍ਹ ਦੀ ਕਾਲ ਕੋਠੜੀ 'ਚ ਵੀ ਇੰਨੇ ਆਨੰਦ 'ਚ, ਇੰਨੇ ਸਕੂਨ 'ਚ। ਲਿਆਓ ਉਹਨੂੰ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਉਹਦੀ ਇਹ ਅਵਸਥਾ ਬਣੀ ਕਿੱਦਾਂ ਹੈ, ਉਹ ਉੱਥੇ ਵੀ ਆਨੰਦ 'ਚ ਕਿੱਦਾਂ ਹੈ। ਤੇ ਜਦੋਂ ਭਾਈ ਮਨਸੁਖ ਤੇ ਰਾਜੇ ਸ਼ਿਵਨਾਭ ਦਾ ਮਿਲਾਪ ਹੋਇਆ, ਫਿਰ ਭਾਈ ਮਨਸੁਖ ਨੇ ਉਹ ਕੁੰਜੀ ਦੱਸੀ ਜਿਹਦੇ ਬਾਰੇ ਮਹਾਰਾਜ ਕਹਿੰਦੇ ਹਨ, ਸੰਤਨ ਹੱਥ ਰਾਖੀ ਕੁੰਜੀ, ਕਿ ਇਹ ਸਭ ਗੁਰੂ ਨਾਨਕ ਜੀ ਦੀ ਕਿਰਪਾ ਹੈ, ਗੁਰੂ ਨਾਨਕ ਜੀ ਦੀ ਬਖਸ਼ਿਸ਼ ਰਹਿਮਤ ਹੈ। ਤੇ ਜਿਹਦੇ ਤੇ ਗੁਰੂ ਨਾਨਕ ਦੀਆਂ ਰਹਿਮਤਾਂ ਬਖਸ਼ਿਸ਼ਾਂ ਵਰਤਦੀਆਂ ਨੇ, ਉਹ ਤਾਂ ਫਿਰ ਇਸੇ ਅਵਸਥਾ 'ਚ ਹੀ ਵਿਚਰਦਾ ਹੈ। ਤੇ ਫਿਰ ਰਾਜਾ ਕਹਿਣ ਲੱਗਾ, ਮੈਂ ਵੀ ਉਹ ਅਵਸਥਾ ਹਾਸਲ ਕਰਨਾ ਚਾਹੁੰਦਾ ਹਾਂ। ਗੁਰੂ ਕਿਹਾ, ਸਿੱਖਾ ਗੁਰੂ ਦੇ ਚਰਨਾਂ 'ਚ ਮੈਨੂੰ ਵੀ ਲੈ ਕੇ ਜਾ।
ਤੇ ਉਹ ਦ੍ਰਿੜ ਵਿਸ਼ਵਾਸ ਤੇ ਭਰੋਸੇ ਵਾਲਾ ਗੁਰੂ ਕਾ ਸਿੱਖ ਕਹਿਣ ਲੱਗਾ, ਜਾਣ ਦੀ ਕਿਤੇ ਲੋੜ ਨਹੀਂ ਹੈ, ਗੁਰੂ ਅੰਤਰਜਾਮੀ ਹੈ, ਗੁਰੂ ਸਮਰੱਥ ਹੈ। ਇੱਕ ਮਨ ਇੱਕ ਚਿੱਤ ਹੋ ਕੇ ਤੁਸੀਂ ਇੱਥੇ ਹੀ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰੋ, ਗੁਰੂ ਤੁਹਾਡੀ ਜ਼ਰੂਰ ਸੁਣਨਗੇ, ਦਰਸ਼ਨ ਵੀ ਬਖਸ਼ਣਗੇ, ਇਹ ਅਵਸਥਾ ਵੀ ਬਖਸ਼ ਦੇਣਗੇ। ਤੇ ਭਾਈ ਮਨਸੁਖ ਦੇ ਰਾਹੀਂ ਫਿਰ ਉਹ ਐਸੀ ਤਾਰ ਜੁੜੀ ਕਿ ਇੱਕ ਦਿਨ ਗੁਰੂ ਨਾਨਕ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਵਰਤੀ, ਗੁਰੂ ਕੇ ਦੀਦਾਰ ਪ੍ਰਾਪਤ ਹੋ ਗਏ। ਰਾਜਾ ਸ਼ਿਵਨਾਭ ਵੀ ਨਦਰੋ ਨਦਰੀ ਨਿਹਾਲ ਹੋ ਗਿਆ ਤੇ ਉਸ ਅਵਸਥਾ ਤੇ ਪਹੁੰਚ ਗਿਆ ਜਿੱਥੇ ਭਾਈ ਮਨਸੁਖ ਹੈ। ਹੁਣ ਰਾਜਾ ਤੇ ਉਹ ਪਹਿਲਾਂ ਹੀ ਸੀ, ਪਰ ਰਾਜਾ ਬਣ ਕੇ ਉਹਨੂੰ ਉਹ ਦਾਤ ਪ੍ਰਾਪਤ ਨਹੀਂ ਹੋਈ। ਉਹ ਦਾਤ ਤੇ ਉਹਨੂੰ ਗੁਰੂ ਘਰ ਦਾ ਸੇਵਕ ਬਣ ਕੇ, ਭਿਖਾਰੀ ਬਣ ਕੇ, ਮੰਗਤਾ ਬਣ ਕੇ, ਚਾਕਰ ਬਣ ਕੇ ਉਹ ਦਾਤ ਮਿਲੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇੱਦਾਂ ਨਹੀਂ ਹੈ ਕਿ ਬੰਦਾ ਕਵੇ ਕਿ ਮੇਰੇ ਕੋਲ ਸਾਧਨ ਮੌਜੂਦ ਹਨ, ਧਨ ਮੌਜੂਦ ਹੈ ਤੇ ਮੈਂ ਆਨੰਦ ਦੀ ਦਾਤ ਨੂੰ ਖਰੀਦ ਲਵਾਂਗਾ, ਪ੍ਰਾਪਤ ਕਰ ਲਵਾਂਗਾ। ਇਹ ਤੇ ਹੈ ਮਾਲਕ ਦੀ ਬਖਸ਼ਿਸ਼ ਰਹਿਮਤ ਦੀ ਖੇਡ। ਜਿਹਨੂੰ ਉਹ ਤੁਰੁੱਠ ਕੇ ਦਾਤ ਬਖਸ਼ਦਾ ਹੈ ਉਸੇ ਨੂੰ ਇਹ ਦਾਤ ਮਿਲਣੀ ਹੈ। ਜੋ ਤੁਧ ਭਾਵੈ ਸੋ ਨਿਰਮਲ ਕਰਮਾ, ਜੋ ਤੁਧ ਭਾਵੈ ਸੋ ਸੱਚ ਧਰਮਾ, ਸਰਬ ਨਿਧਾਨ ਗੁਣ ਤੁਮ ਹੀ ਪਾਸ, ਤੂੰ ਸਾਹਿਬ ਸੇਵਕ ਅਰਦਾਸ। ਮਹਾਰਾਜ ਕਹਿੰਦੇ ਸੇਵਕ ਬਣ ਕੇ ਉਸ ਮਾਲਕ ਅੱਗੇ ਅਰਦਾਸ ਕਰਨੀ ਪਵੇਗੀ ਕਿ ਸਰਬ ਨਿਧਾਨ ਗੁਣ ਤੁਮ ਹੀ ਪਾਸ। ਹੇ ਮੇਰੇ ਮਾਲਕ ਜੀ, ਸਾਰੇ ਗੁਣ, ਸਾਰੀਆਂ ਬਖਸ਼ਿਸ਼ਾਂ ਰਹਿਮਤਾਂ ਤੁਹਾਡੇ ਕੋਲ ਹਨ, ਤੂੰ ਸਾਹਿਬ ਸੇਵਕ ਅਰਦਾਸ। ਤੁਸੀਂ ਮਾਲਕ ਹੋ, ਅਸੀਂ ਤੁਹਾਡੇ ਦਰ ਦੇ ਸੇਵਕ ਹਾਂ। ਅਰਦਾਸ ਹੈ ਮਿਹਰ ਕਰਕੇ ਸਾਡੀ ਝੋਲੀ 'ਚ ਵੀ ਇਹ ਦਾਤਾਂ ਪਾ ਦੇਵੋ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ। ਹੇ ਮਾਲਕ ਜੀ, ਇਹ ਆਨੰਦ ਦੀ ਦਾਤ ਜਿਹਨੂੰ ਤੁਸੀਂ ਤੁਰੁੱਠ ਕੇ ਬਖਸ਼ਦੇ ਹੋ ਉਸੇ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਪਾਵੈ ਤਾਂ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ। ਬਾਕੀ ਤਾਂ ਵਿਚਾਰੇ ਨਿਮਾਣੇ ਹਨ। ਮਹਾਰਾਜ ਕਹਿੰਦੇ ਪਾਵੈ ਤਾਂ ਸੋ ਜਨ ਦੇ, ਜਿਸ ਨੂੰ। ਇਹ ਮਾਲਕ ਜੀ, ਜਿਹਨੂੰ ਤੁਸੀਂ ਇਹ ਦਾਤ ਬਖਸ਼ਦੇ ਹੋ ਉਹੀ ਜੀਵ ਇਸ ਦਾਤ ਨੂੰ ਪ੍ਰਾਪਤ ਕਰ ਸਕਦਾ। ਜਿਹਨੂੰ ਤੁਸੀਂ ਤੁਰੁੱਠ ਕੇ ਇਹ ਦਾਤ ਨਹੀਂ ਬਖਸ਼ੀ ਉਹ ਵਿਚਾਰਾ ਤੇ ਨਿਮਾਣਾ ਹੈ, ਉਹ ਨਹੀਂ ਇਹ ਦਾਤ ਪ੍ਰਾਪਤ ਕਰ ਸਕਦਾ। ਉਹਨੂੰ ਇਹ ਦਾਤ, ਇਹ ਅਵਸਥਾ ਆਨੰਦ ਦੀ ਨਹੀਂ ਮਿਲ ਸਕਦੀ ਜਿਹਨੂੰ ਆਪ ਮਾਲਕ ਨੇ ਤੁਰੁੱਠ ਕੇ ਦਾਤ ਨਹੀਂ ਬਖਸ਼ੀ। ਤੇ ਮਹਾਰਾਜ ਕਹਿੰਦੇ ਸੰਸਾਰ ਅੰਦਰ ਐਸੇ ਤਰ੍ਹਾਂ ਦੇ ਬੇਅੰਤ ਜੀਵ ਹਨ। ਇੱਕ ਭਰਮ ਭੂਲੇ ਫੇਰੇ ਦਹਿ ਦਿਸ਼, ਇੱਕ ਨਾਮ ਲਾਗ ਸਵਾਰਿਆ। ਬਹੁਤ ਥਾਵਾਂ ਤੇ ਸਤਿਗੁਰੂ ਜੀ ਨੇ ਦੋ ਵੱਖਰੇ ਵੱਖਰੇ ਕਰੈਕਟਰਾਂ ਦੀ ਗੱਲ ਕੀਤੀ ਆ। ਇੱਕ ਗੁਰਮੁਖ ਦੀ ਗੱਲ ਕੀਤੀ ਆ, ਇੱਕ ਮਨਮੁਖ ਦੀ ਗੱਲ ਕੀਤੀ, ਇੱਕ ਭਾਣਾ ਮੰਨਣ ਵਾਲੇ ਦੀ ਗੱਲ ਕੀਤੀ ਆ, ਇੱਕ ਭਾਣੇ ਤੋਂ ਇਨਕਾਰੀ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਜਿਹੜਾ ਹੁਕਮ ਰਜਾਈ ਹੋ ਕੇ ਚੱਲਦਾ ਹੈ ਉਹ ਸੁਖ ਭੋਗਦਾ ਹੈ, ਜਿਹੜਾ ਹੁਕਮ ਤੋਂ ਬਾਹਰ ਹੈ ਉਹ ਦੁੱਖ ਹੈ, ਦੁਖੀ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਲੋ ਸੁਖੀਆ। ਜਿੰਨੀ ਦੇਰ ਤੱਕ ਮਨਮੁਖ ਗੁਰੂ ਦੇ ਹੁਕਮ ਨੂੰ ਨਹੀਂ ਬੁੱਝਦਾ ਹੈ ਉਨੀ ਦੇਰ ਤੱਕ ਉਹ ਦੁੱਖ ਭੋਗਦਾ ਹੈ। ਉਹਦੀ ਹਾਲਤ ਇਹ ਬਣੀ ਰਹਿੰਦੀ ਹੈ, ਇੱਕ ਭਰਮ ਭੂਲੇ ਫਿਰੇ ਦਹਿ ਦਿਸ਼ ਵਾਲੀ। ਜਪਜੀ ਸਾਹਿਬ ਦੇ ਆਰੰਭ 'ਚ ਵੀ ਮਹਾਰਾਜ ਕਹਿੰਦੇ ਵੇਖੋ ਹੈ ਅਸਲ ਦੇ ਵਿੱਚ ਇਹ ਸਭ ਵਾਹਿਗੁਰੂ ਦੀ ਖੇਡ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੇ ਥਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ। ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੇ ਹਾਥੇ। ਇੱਕ ਹੁਕਮੀ ਸਦਾ ਭਵਾਈਐ, ਇੱਕ ਨਾ ਹੁਕਮੀ ਬਖਸ਼ੀਸ਼ ਹੈ। ਉਹਦੇ ਹੁਕਮ ਦੀ ਖੇਡ ਹੀ ਹੈ। ਇੱਕ ਹੁਕਮੀ ਸਦਾ ਭਵਾਈਐ, ਇੱਥੇ ਇੱਕ ਦਾ ਮਤਲਬ ਹੈ ਇੱਕ ਉਹ ਲੋਕ ਹਨ। ਇੱਕ ਇੱਥੇ ਮਤਲਬ ਸਿੰਗਲ ਪਰਸਨ ਦੀ ਗੱਲ ਨਹੀਂ ਹੈ। ਇੱਥੇ ਇੱਦਾਂ ਸਮਝ ਲਈਏ ਇੱਕ ਟੀਮ, ਇੱਕ ਵੱਡੇ ਗਰੁੱਪ ਦੀ ਗੱਲ ਹੈ ਜਿਹੜੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਭਟਕ ਰਹੇ ਹਨ, ਜਿਨ੍ਹਾਂ ਦੇ ਜੀਵਨ 'ਚ ਭਟਕਣਾ ਹੀ ਬਣੀ ਰਹਿੰਦੀ ਹੈ। ਇੱਕ ਹੁਕਮੀ ਸਦਾ ਭਵਾਈਆ, ਇੱਕ ਨਾ ਹੁਕਮੀ ਬਖਸ਼ੀਸ਼। ਤੇ ਇੱਕ ਉਹ ਜੀਵ ਹਨ
ਜਿਹੜੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਬਖਸ਼ਿਸ਼ਾਂ ਮਾਣ ਰਹੇ ਨੇ, ਬਖਸ਼ਿਸ਼ਾਂ ਮਾਨਣ ਵਾਲੇ ਵੀ ਮਹਾਰਾਜ ਕਹਿੰਦੇ ਦਾਤਾ ਜੀ ਤੁਹਾਡੇ ਹੁਕਮ ਦੇ ਵਿੱਚ ਹਨ, ਤੇ ਜਿਹੜੇ ਭਰਮ ਦੇ ਵਿੱਚ ਫਸ ਕੇ ਹੁਕਮ ਦੇ ਵਿੱਚ ਭਟਕ ਰਹੇ ਨੇ ਉਹ ਵੀ ਤੁਹਾਡੇ ਹੁਕਮ ਦੀ ਖੇਡ ਹੈ। ਇੱਕ ਭਰਮ ਭੂਲੇ ਫੇਰੇ ਦਹਿ ਦਿਸ਼। ਅੱਗੇ ਵੀ ਕਈ ਵਾਰ ਗੁਰਬਾਣੀ ਵਿਚਾਰ ਕਰਦਿਆਂ ਇਹ ਨੁਕਤਾ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਕਿ ਗੁਰਬਾਣੀ 'ਚ ਜਿੱਥੇ ਇੱਕ ਸ਼ਬਦ ਆਵੇ ਤੇ ਈੜੀ ਦੇ ਸਿਹਾਰੀ ਤੇ ਕੱਕੇ ਦੇ ਸਿਹਾਰੀ ਵੀ ਲੱਗੀ ਹੋਏ, ਉਥੇ ਇੱਕ ਦਾ ਮਤਲਬ ਇੱਕ ਵਿਅਕਤੀ ਨਹੀਂ ਹੈ, ਉਥੇ ਇੱਕ ਦਾ ਮਤਲਬ ਹੈ ਇੱਕ ਗਰੁੱਪ, ਜਿਵੇਂ ਇੱਕ ਟੀਮ ਹੈ। ਆਪਾਂ ਉਹਨੂੰ ਇੱਕ ਟੀਮ ਹੀ ਕਹਿੰਦੇ ਹਾਂ, ਹਾਲਾਂਕਿ ਉਹ ਟੀਮ ਦੇ ਵਿੱਚ ਇੱਕ ਖਿਡਾਰੀ ਵੀ ਹੋ ਸਕਦਾ ਹੈ, 2 10 50 20 ਕਿੰਨੇ ਹੋ ਸਕਦੇ ਹਨ, ਪਰ ਉਹ ਸਾਰਿਆਂ ਨੂੰ ਇੱਕ ਟੀਮ ਦੇ ਰੂਪ ਦੇ ਵਿੱਚ ਗਿਣਿਆ ਜਾਂਦਾ ਹੈ ਇੱਕ। ਇਸੇ ਤਰ੍ਹਾਂ ਗੁਰਬਾਣੀ ਅੰਦਰ ਇੱਕ ਸ਼ਬਦ ਆਇਆ ਹੈ ਜਿੱਥੇ ਈੜੀ ਦੇ ਸਿਹਾਰੀ ਕੱਕੇ ਦੇ ਸਿਹਾਰੀ, ਉਹ ਸਿੰਗਲ ਪਰਸਨ ਦੇ ਲਈ ਨਹੀਂ ਆਇਆ ਹੈ, ਆਇਆ ਬਹੁ ਵਚਨ ਦੇ ਲਈ ਹੈ, ਪਰ ਬਹੁ ਵਚਨ ਉਹਨਾਂ ਦੇ ਲਈ ਆਇਆ ਹੈ ਜੋ ਇੱਕੋ ਜਿਹੇ ਹਨ। ਕਿਧਰੇ ਇੱਕੋ ਜਿਹੇ ਚੰਗਿਆਂ ਦੇ ਲਈ ਵੀ ਆਇਆ ਹੈ, ਕਿਧਰੇ ਇੱਕੋ ਜਿਹੇ ਕਈ ਮੰਦਿਆਂ ਦੇ ਲਈ ਵੀ ਸਤਿਗੁਰੂ ਨੇ ਇਹ ਸਾਂਝੇ ਰੂਪ ਦੇ ਵਿੱਚ ਸ਼ਬਦ ਵਰਤਿਆ ਹੈ। ਮਹਾਰਾਜ ਕਹਿੰਦੇ ਇੱਕ ਭਰਮ ਭੂਲੇ ਫੇਰੇ ਦਹਿ ਦਿਸ਼। ਹੈ ਵਾਹਿਗੁਰੂ ਜੀ, ਤੁਹਾਡੀ ਕੁਦਰਤ ਦੇ ਅੰਦਰ ਇੱਕ ਉਹ ਹਨ ਜਿਹੜੇ ਭਰਮਾਂ ਦੇ ਵਿੱਚ ਫਸ ਕੇ ਭਟਕੇ ਪਏ ਨੇ, 10 ਦਿਸ਼ਾਵਾਂ ਵਾਲੇ ਪਾਸੇ ਭਟਕਦਿਆਂ ਹੀ ਉਹਨਾਂ ਦਾ ਦਿਨ ਲੰਘਦਾ ਹੈ, ਭਟਕਦਿਆਂ ਹੀ ਉਹਨਾਂ ਦੀ ਰਹਿਣ ਲੰਘਦੀ ਹੈ। ਔਰ ਇੱਕ ਨਾਮ ਲਾਗ ਸਵਾਰਿਆ, ਤੇ ਇੱਕ ਉਹ ਜੀਵ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਨਾਮ ਦੇ ਨਾਲ ਜੋੜ ਕੇ ਜਿਨ੍ਹਾਂ ਦੀ ਜ਼ਿੰਦਗੀ ਨੂੰ, ਜਿਨ੍ਹਾਂ ਦੇ ਜੀਵਨ ਨੂੰ ਤੁਸੀਂ ਸਵਾਰ ਦਿੱਤਾ ਹੈ। ਭਾਵ ਸਵਾਰੇ ਵੀ ਬਹੁਤ ਸਾਰੇ ਹਨ ਤੇ ਵਿਗੜੇ ਹੋਏ ਵੀ ਬਹੁਤ ਸਾਰੇ ਹਨ ਜਿਹੜੇ ਭਰਮ ਦੇ ਵਿੱਚ ਫਸ ਕੇ ਭਟਕ ਰਹੇ ਹਨ। ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ। ਫਿਰ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਨ੍ਹਾਂ ਦੇ ਉੱਤੇ ਵਰਤੀ ਆ ਗੁਰੂ ਦੀ ਕਿਰਪਾ, ਬਖਸ਼ਿਸ਼ਾਂ ਕਿਹੜੇ ਮਾਣਦੇ ਹਨ, ਨਾਮ ਦੇ ਨਾਲ ਜੁੜ ਕੇ ਜੀਵਨ ਨੂੰ ਸਵਾਰਦੇ ਕੌਣ ਹਨ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਦਾ ਗੁਰੂ ਦੀ ਕਿਰਪਾ ਮਹਿਰਾਮਤ ਸਦਕਾ ਮਨ ਨਿਰਮਲ ਬਣ ਗਿਆ। ਔਰ ਜਿਨ੍ਹਾਂ ਭਾਣਾ ਭਾਵੇ, ਜਿਨ੍ਹਾਂ ਨੂੰ ਅਕਾਲ ਪੁਰਖ ਦਾ ਵਾਹਿਗੁਰੂ ਦਾ ਜਿਹੜਾ ਭਾਣਾ ਹੈ, ਹੁਕਮ ਹੈ, ਰਜਾ ਹੈ, ਜਿਨ੍ਹਾਂ ਨੂੰ ਚੰਗੀ ਲੱਗਦੀ ਹੈ, ਭਾਵ ਜਿਹੜੇ ਭਾਣੇ ਦੇ ਵਿੱਚ ਰਹਿ ਕੇ ਚੱਲਦੇ ਨੇ ਉਹਨਾਂ ਤੇ ਗੁਰੂ ਦੀ ਕਿਰਪਾ ਵਰਤਦੀ ਹੈ, ਤੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਵਰਤਦੀ ਹੈ ਗੁਰੂ ਕਿਰਪਾ ਕਰਕੇ ਉਹਨਾਂ ਦੇ ਅੰਦਰ ਨੂੰ ਸ਼ੁੱਧ ਤੇ ਨਿਰਮਲ ਬਣਾ ਦਿੰਦੇ ਹਨ। ਗੁਰਦਰਿਆਓ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਵਡਿਆਈ 'ਚ ਭੱਟਾ ਨੇ ਬੜੇ ਪਿਆਰੇ ਬਚਨ ਕਹੇ ਨੇ। ਇੱਕ ਬਚਨ ਸਤਿਗੁਰਾਂ ਦੀ ਬਾਣੀ ਦਾ ਹੈ, ਗੁਰਦਰਿਆਓ ਸਦਾ ਜਲ ਨਿਰਮਲ। ਗੁਰੂ ਇੱਕ ਦਰਿਆ ਦੀ ਤਰ੍ਹਾਂ ਹੈ ਔਰ ਹਮੇਸ਼ਾ ਹੀ ਨਿਰਮਲ ਹੈ। ਆਮ ਤੌਰ ਤੇ ਕੀ ਹੁੰਦਾ ਹੈ, ਪਾਣੀ ਹੈ, ਆਪਾਂ ਉਹਦੇ ਨਾਲ ਕੋਈ ਜੂਠੇ ਬਰਤਨ ਧੋਤੇ, ਜੂਠੇ ਮੈਲੇ ਗੰਦੇ ਕੱਪੜੇ ਧੋਤੇ, ਉਹ ਪਾਣੀ ਗੰਦਾ ਹੋ ਗਿਆ, ਮੈਲਾ ਹੋ ਗਿਆ, ਅਸੀਂ ਕਹਿੰਦੇ ਵਰਤਨ ਯੋਗ ਨਹੀਂ ਹੈ। ਪਰ ਜਦੋਂ ਪਾਣੀ ਇੱਕ ਚੱਲਦੇ ਵਹਾਅ 'ਚ ਹੁੰਦਾ ਹੈ ਨਾ, ਕਿਧਰੇ ਕੋਈ ਨਹਾ ਰਿਹਾ ਹੈ, ਕਿਧਰੇ ਕੋਈ ਕੱਪੜੇ ਧੋ ਰਿਹਾ ਹੈ, ਕਿਧਰੇ ਕੋਈ ਹੋਰ ਪਸ਼ੂਆਂ ਨੂੰ ਵੀ ਲੋਕ ਉਹ ਚੱਲਦੇ ਵਹਾਅ ਦੇ ਪਾਣੀ ਦੇ ਵਿੱਚ ਨਹਾਉਂਦੇ ਹਨ, ਪਰ ਫਿਰ ਵੀ ਇੱਕ ਅੰਦਰ ਇਹ ਅਹਿਸਾਸ ਹੁੰਦਾ ਹੈ ਕਿ ਪਾਣੀ ਨਿਰਮਲ ਹੈ, ਮੈਲਾ ਨਹੀਂ ਹੈ। ਉਹ ਲਗਾਤਾਰ ਮੈਲ ਗੰਦਗੀ ਅੱਗੇ ਅੱਗੇ ਰੁੜਦੀ ਵਹਿੰਦੀ ਜਾਂਦੀ ਹੈ। ਗੁਰੂ ਵੀ ਇਸੇ ਤਰ੍ਹਾਂ ਇੱਕ ਚੱਲਦਾ ਹੋਇਆ ਨਿਰਮਲ ਉਹ ਵਹਾਅ ਹੈ ਜਿਹੜਾ ਕਦੇ ਕਿਸੇ ਦੀ ਮੈਲ ਧੋਣ ਤੋਂ ਬਾਅਦ ਮੈਲਾ ਨਹੀਂ ਹੁੰਦਾ ਹੈ। ਗੁਰੂ ਨਾਨਕ ਮਹਾਰਾਜ ਨੇ ਕਿੰਨਿਆਂ ਦੇ ਮਨ ਦੀ ਅੰਦਰ ਦੀ ਮੈਲ ਧੋਤੀ ਹੈ। ਸੱਜਣ ਵਰਗੇ ਕਿੰਨੇ ਮੈਲੇ ਸਨ, ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਰਹਿਮਤ ਕਰਕੇ ਅੰਦਰ ਨੂੰ ਧੋ ਦਿੱਤਾ। ਕੌਡੇ ਵਰਗਿਆਂ ਦੀ, ਭੂਮੀਏ ਵਰਗਿਆਂ ਦੀ, ਸੈਂਕੜੇ ਹਜ਼ਾਰਾਂ ਐਸੇ ਗੁਰੂ ਨਾਨਕ ਜੀ ਦੇ ਜੀਵਨ 'ਚ ਆਏ ਜਿਨ੍ਹਾਂ ਦਾ ਸ਼ਾਇਦ ਇਤਿਹਾਸ ਦੀਆਂ ਕਿਤਾਬਾਂ ਦੇ ਅੰਦਰ ਜ਼ਿਕਰ ਵੀ ਨਹੀਂ ਹੈ, ਪਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਉਹਨਾਂ ਤੇ ਵਰਤੀਆਂ। ਭਾਈ ਗੁਰਦਾਸ ਸਾਹਿਬ ਨੇ ਇਸੇ ਕਰਕੇ ਕਿਹਾ ਹੈ ਕਿ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਪਤਾ ਨਹੀਂ ਕਿੰਨਿਆਂ ਨੂੰ ਗੁਰੂ ਨਾਨਕ ਮਹਾਰਾਜ ਨੇ ਜਗਤ ਜਲੰਦੇ ਤੋਂ, ਸੰਸਾਰ ਸਾਗਰ ਤੋਂ ਪਾਰ ਲੰਘਾਇਆ। ਕਿੰਨੇ ਦੁਨੀ ਚੰਦ ਵਰਗੇ, ਕਿੰਨੇ ਕਾਰੂ ਵਰਗਿਆਂ, ਕਿੰਨੇ
ਹਮਜਾ ਗੌਂਸ ਵਰਗਿਆਂ ਦੀ ਮੈਲ ਗੁਰੂ ਨਾਨਕ ਮਹਾਰਾਜ ਜੀ ਨੇ ਧੋਤੀ ਹੈ, ਪਰ ਉਹ ਨਿਰਮਲ ਵਹਿਣ ਮੈਲਾ ਨਹੀਂ ਹੋਇਆ, ਮੈਲਾ ਨਹੀਂ ਹੋਇਆ। ਗੁਰਦਰ ਆਓ ਸਦਾ ਜਲ ਨਿਰਮਲ ਮਿਲੇ, ਦੁਰਮਤ ਮੈਲ ਹਰੇ ਸਤਿਗੁਰ ਪਾਈਐ ਪੂਰਾ ਨਾਵਣ ਪਸ਼ੂ ਪ੍ਰੇਤੋਂ ਦੇਵ ਕਰੇ। ਗੁਰੂ ਪਸ਼ੂ ਬਿਰਤੀ, ਮਲੀਨ ਬਿਰਤੀ, ਮੈਲੀ ਬਿਰਤੀ ਤੋਂ ਜੀਵ ਨੂੰ ਇੱਕ ਖਿੰਨ ਦੇ ਵਿੱਚ ਨਿਰਮਲ ਬਣਾਉਂਦੇ ਨੇ, ਪਰ ਉਹ ਨਿਰਮਲ ਜੀਵਨ ਬਣਦਾ ਉਦੋਂ ਹੈ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ, ਗੁਰੂ ਦੀ ਨਦਰ ਵਰਤਦੀ ਹੈ। ਤੇ ਗੁਰੂ ਦੀ ਨਦਰ ਕਦੋਂ ਕਿਹਦੇ ਤੇ ਵਰਤਣੀ ਹੈ, ਇਹ ਗੁਰੂ ਦੀ ਹੀ ਰਜਾ ਹੈ। ਕੋਈ ਜ਼ਬਰਦਸਤੀ ਗੁਰੂ ਦੀ ਨਦਰ, ਗੁਰੂ ਦੀ ਬਖਸ਼ਿਸ਼ ਵੀ ਨਹੀਂ ਜੇ ਲੈ ਸਕਦਾ। ਹੋ ਸਕਦਾ ਕਿਸੇ ਤੇ ਪਹਿਲੀ ਵਾਰ ਦੇ ਵਿੱਚ ਹੀ ਗੁਰੂ ਦੀ ਨਦਰ ਵਰਤ ਜਾਏ। ਮਾਧੋ ਦਾਸ ਬੈਰਾਗੀ ਜਿਹੜਾ ਇੱਕ ਮਹਾਨ ਯੋਧਾ ਬਣ ਕੇ ਵਜ਼ੀਰ ਖਾਨ ਨੂੰ ਖਤਮ ਕਰਨ ਵਾਲਾ, ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਉਣ ਵਾਲਾ ਯੋਧਾ ਹੈ। ਬੰਦਾ ਸਿੰਘ ਬਹਾਦਰ, ਇੱਕੋ ਹੀ ਮੁਲਾਕਾਤ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੀ ਹੋਈ ਹੈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਐਸੀਆਂ ਵਰਤੀਆਂ ਜਿਹੜਾ ਵਹਿਮਾਂ ਭਰਮਾਂ ਜਾਦੂਆਂ ਟੂਣਿਆਂ 'ਚ ਫਸਿਆ ਪਿਆ ਸੀ, ਵਿਅਰਥ ਦੇ ਕਰਮ ਕਾਂਡਾਂ 'ਚ ਫਸਿਆ ਪਿਆ ਸੀ। ਜਿਨ੍ਹੇ ਦੋਸ ਹਿਰਨੀ ਦੇ ਬੱਚਿਆਂ ਨੂੰ ਮਰਦਿਆਂ ਤੜਫਦਿਆਂ ਵੇਖ ਕੇ ਸ਼ਸਤਰ ਸੁੱਟ ਦਿੱਤੇ ਸਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਾਸਤਾਨ ਸੁਣ ਕੇ ਉਹ ਯੋਧੇ ਦਾ ਖੂਨ ਖੌਲ ਉੱਠਿਆ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਰਹਿਮਤ ਕੀਤੀ, ਅੰਮ੍ਰਿਤ ਦੀ ਦਾਤ ਬਖਸ਼ੀ, ਮਾਧੋ ਦਾਸ ਤੋਂ ਬੰਦਾ ਬਹਾਦਰ ਬਣਾ ਦਿੱਤਾ। ਕਿੰਨੀਆਂ ਮੁਲਾਕਾਤਾਂ ਹੋਈਆਂ ਨੇ ਗੁਰੂ ਦੇ ਨਾਲ ਉਹਦੀਆਂ, ਕੇਵਲ ਇੱਕੋ ਵਾਰ, ਪਹਿਲੀ ਵਾਰ ਦੇ ਵਿੱਚ ਹੀ ਗੱਲ ਫਰਸ਼ ਤੋਂ ਅਰਸ਼ ਤੇ ਪਹੁੰਚ ਗਈ। ਇਹ ਗੁਰੂ ਦੀ ਵਡਿਆਈ। ਹੋ ਸਕਦਾ ਕਿਸੇ ਤੇ ਪਹਿਲੀ ਵਾਰ 'ਚ ਹੀ ਐਸੀ ਰਹਿਮਤ ਵਰਤੇ ਕਿ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਹੋ ਸਕਦਾ ਕੋਈ ਰੋਜ਼ ਆਵੇ ਜਾਵੇ ਤੇ ਫਿਰ ਵੀ ਗੱਲ ਨਾ ਬਣੇ, ਕਿਉਂਕਿ ਇਹ ਤੇ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ। ਮਹਾਰਾਜ ਕਹਿੰਦੇ ਦਾਤਾਂ ਦਾ ਮਾਲਕ ਹੈ ਵਾਹਿਗੁਰੂ ਅਕਾਲ ਪੁਰਖ, ਤੇ ਉਹਦੇ ਤੇ ਗੁਰੂ ਤੇ ਸਾਡਾ ਕੋਈ ਜ਼ੋਰ ਨਹੀਂ ਚੱਲ ਸਕਦਾ ਹੈ। ਕਿਸੇ ਨੂੰ ਉਹ ਸੁੱਤੇ ਨੂੰ ਠਾਲ ਕੇ ਦਾਤ ਬਖਸ਼ ਸਕਦਾ ਹੈ, ਕੋਈ ਜਾਗਦਾ ਵੀ ਖਾਲੀ ਰਹਿ ਸਕਦਾ ਹੈ। ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ। ਸਾਡੇ ਲਈ ਗੁਰੂ ਦਾ ਹੁਕਮ ਇਹ ਹੈ ਕਿ ਤੂੰ ਯਤਨਸ਼ੀਲ ਰਹਿ, ਤੂੰ ਉਦਮੀ ਰਹਿ, ਤੂੰ ਗੁਰੂ ਦਾ ਭਰੋਸਾ ਮਨ 'ਚ ਰੱਖ ਕੇ ਕਰਮ ਕਰਦਾ ਰਹਿ। ਜਿਵੇਂ ਜ਼ਿਮੀਂਦਾਰ ਹੈ, ਉਹਦਾ ਕਰਮ ਹੈ, ਉਹਨੇ ਖੇਤ ਵਾਹੁਣਾ ਹੈ, ਬੀਜ ਬੀਜਣਾ ਹੈ ਜ਼ਮੀਨ ਦੇ ਵਿੱਚ। ਬੀਜ ਨੂੰ ਉਗਾਉਣਾ ਮਾਲਕ ਦੀ ਰਹਿਮਤ ਹੈ, ਉੱਗੇ ਹੋਏ ਬੀਜ ਨੂੰ ਫੜ ਦੇਣਾ ਮਾਲਕ ਦੀ ਕਿਰਪਾ ਦੀ ਖੇਡ ਹੈ। ਉੱਥੇ ਜ਼ਿਮੀਂਦਾਰ ਦਾ ਜ਼ੋਰ ਨਹੀਂ ਚੱਲ ਸਕਦਾ ਹੈ, ਬਸ ਉਹਦਾ ਜ਼ੋਰ ਹੈ ਬੀਜ ਬੀਜਣਾ। ਇਸੇ ਤਰ੍ਹਾਂ ਸਾਡਾ ਜ਼ੋਰ ਹੈ ਅਸੀਂ ਕਰਮ ਕਰੀਏ, ਬਾਕੀ ਕਰਮ ਨੂੰ ਕਬੂਲ ਕਰਨਾ, ਕਦੋਂ ਕਬੂਲ ਕਰਨਾ ਹੈ, ਇਹ ਮਾਲਕ ਦੀ ਕਿਰਪਾ ਦੀ ਰਹਿਮਤ ਦੀ ਬਖਸ਼ਿਸ਼ ਦੀ ਖੇਡ ਹੈ। ਕਿਸੇ ਵਕਤ ਵੀ ਮਾਲਕ ਦੀ ਨਦਰ ਵਰਤ ਸਕਦੀ ਹੈ, ਤੇ ਜਦੋਂ ਉਹ ਨਦਰ ਵਰਤਦੀ ਹੈ ਫਿਰ ਮਨ ਭਇਆ ਨਿਰਮਲ, ਇਹ ਮਨ ਐਨ ਅੰਦਰ ਨਿਰਮਲ ਸ਼ੁੱਧ ਬਣਦਾ ਹੈ। ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਹੈ ਮੇਰੇ ਦਾਤਾ ਜੀ, ਇਹ ਦਾਤ ਤੁਹਾਡੇ ਹੱਥ ਹੈ, ਜਿਸ ਦੇ ਜਿਹਨੂੰ ਤੁਸੀਂ ਆਪ ਇਹ ਦਾਤ ਬਖਸ਼ਦੇ ਹੋ, ਸੋਈ ਜਨ ਪਾਵੈ, ਉਹੀ ਇਹ ਦਾਤ ਨੂੰ ਪ੍ਰਾਪਤ ਕਰ ਸਕਦਾ। ਉਹ ਭਾਵੇਂ ਮਾਲਕ ਦੀ ਰਹਿਮਤ ਦੀ ਦਾਤ ਹੈ, ਉਹ ਭਾਵੇਂ ਮਾਲਕ ਦੇ ਨਾਮ ਦੀ ਦਾਤ ਹੈ, ਉਹ ਭਾਵੇਂ ਗੁਰੂ ਦੀ ਕਿਰਪਾ ਦੀ ਦਾਤ ਹੈ। ਇਹ ਮਾਲਕ ਦੇ ਘਰ ਦੀਆਂ ਦਾਤਾਂ ਮਾਲਕ ਦੀ ਕਿਰਪਾ ਸਦਕਾ ਹੀ ਝੋਲੀ 'ਚ ਪੈ ਸਕਦੀਆਂ ਨੇ, ਝੋਲੀ 'ਚ ਪੈਂਦੀਆਂ ਨੇ। ਸੋ ਗੁਰੂ ਅਮਰਦਾਸ ਸਾਹਿਬ ਕਹਿੰਦੇ ਆਨੰਦ ਵੀ ਉਸੇ ਨੂੰ ਮਿਲਦਾ ਹੈ ਜਿਹਨੂੰ ਦਾਤਾ ਆਪ ਤਰੁੱਠ ਕੇ ਦਾਤ ਬਖਸ਼ਦਾ ਹੈ। ਅੱਗੇ 9 ਨੰਬਰ ਪੌੜੀ ਅੰਦਰ ਮਹਾਰਾਜ ਕਹਿੰਦੇ, ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ। ਆਓ ਸਤ ਸੰਗੀ ਜਨੋ, ਗੁਰਮੁਖ ਪਿਆਰਿਓ, ਰਲ ਮਿਲ ਕੇ ਉਹ ਅਕਥ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਕਰੀਏ। ਪਰਮੇਸ਼ਰ ਹੈ ਅਕਥ। ਅਕਥ ਦਾ ਭਾਵ ਹੈ ਜਿਹਨੂੰ ਅਸੀਂ ਸੰਪੂਰਨ ਰੂਪ ਦੇ ਵਿੱਚ ਕਥਨ ਨਹੀਂ ਕਰ ਸਕਦੇ ਹਾਂ।
ਜਿਹਦੀਆਂ ਸੰਪੂਰਨ ਵਡਿਆਈਆਂ ਨੂੰ ਕਿਹਾ ਨਹੀਂ ਜਾ ਸਕਦਾ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ। ਜਪਜੀ ਸਾਹਿਬ 'ਚ ਮਹਾਰਾਜ ਕਹਿੰਦੇ ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। हे ਮਾਲਕ ਜੀ, ਕਰੋੜਾਂ ਲੋਕ ਕਥਨ ਦਾ ਯਤਨ ਕਰ ਚੁੱਕੇ ਨੇ, ਆਪਣੇ ਆਪਣੇ ਤਰੀਕੇ ਦੇ ਨਾਲ, ਸਾਧਨਾ ਦੇ ਨਾਲ, ਮਤ ਦੇ ਨਾਲ ਕਹਿ ਚੁੱਕੇ ਹਨ, ਪਰ ਤੁਹਾਨੂੰ ਸੰਪੂਰਨ ਕੋਈ ਨਹੀਂ ਕਹਿ ਸਕਿਆ, ਨਾ ਕੋਈ ਕਹਿ ਸਕਦਾ ਹੈ। ਸੋਦਰ ਅੰਦਰ ਵੀ ਆਪਾਂ ਬਚਨ ਪੜ੍ਹਦੇ ਹਾਂ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸੁਰਤੀਆਂ ਜੋੜਨ ਵਾਲੇ ਆਪਣੇ ਤੌਰ ਤੇ ਯਤਨ ਕਰਨ, ਗਿਆਨੀ ਧਿਆਨੀ ਆਪਣੇ ਤੌਰ ਤੇ ਯਤਨ ਕਰਨ, ਸਾਰੇ ਹੀ ਰਲ ਮਿਲ ਕੇ ਕਹਿਣ, ਜਿਹਦੇ ਕੋਲ ਜੋ ਸਾਧਨ ਸਮਰੱਥਾ ਹੈ ਕਵੇ, ਪਰ ਸਾਰਿਆਂ ਦੇ ਕਹਿਣ ਦੇ ਬਾਵਜੂਦ ਮਾਲਕ ਦੀ ਤਿਲ ਮਾਤਰ ਵਡਿਆਈ ਵੀ ਨਹੀਂ ਕਹੀ ਜਾ ਸਕਦੀ। ਉਹ ਇੰਨਾ ਜ਼ਿਆਦਾ ਬੇਅੰਤ ਹੈ, ਵੱਡਾ ਹੈ। ਕਬੀਰ ਸਾਹਿਬ ਤੇ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਕਬੀਰ ਸਾਤ ਸਮੁੰਦੈ ਮਸ ਕਰੂੰ, ਕਲਮ ਕਰੂੰ ਬਨ ਰਾਏ, ਬਸੁਦਾ ਕਾਗਦ ਜੋ ਕਰੂੰ, ਹਰ ਜਸ ਲਿਖਣ ਨਾ ਜਾਏ। ਇਹ ਮਾਲਕ ਜੀ, ਤੁਸੀਂ ਇੰਨੇ ਬੇਅੰਤ ਹੋ, ਮੈਂ ਸੱਤਾਂ ਸਮੁੰਦਰਾਂ ਦੇ ਪਾਣੀ ਦੀ ਸਿਆਹੀ ਵੀ ਬਣਾ ਲਵਾਂ, ਕੁੱਲ ਬਨਸਪਤੀ ਨੂੰ, ਧਰਤੀ ਦੇ ਜਿੰਨੇ ਪੇੜ ਪੌਦੇ ਨੇ ਸਭ ਦੀਆਂ ਕਲਮਾਂ ਕੱਢ ਲਵਾਂ, ਸਾਰੀ ਧਰਤੀ ਦੇ ਕਾਗਜ਼ ਬਣਾ ਕੇ ਲਗਾਤਾਰ ਲਿਖਦਾ ਰਵਾਂ, ਲਿਖਦਾ ਰਵਾਂ, ਲਿਖਦਾ ਰਵਾਂ, ਲਿਖਦਾ ਰਵਾਂ, ਪਰ ਤਾਂ ਵੀ ਤੁਹਾਨੂੰ ਸਾਰਾ ਲਿਖਿਆ ਕਿਹਾ ਨਹੀਂ ਜਾ ਸਕਦਾ ਹੈ। ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾਂ ਨੋ, ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ। ਕਿਆ ਹੋ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨਾ ਕਥ ਨਾ ਜਾਈ। ਮਹਾਰਾਜ ਕਹਿੰਦੇ ਉਸ ਅਕਥ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਹੁਣ ਵੇਖੋ, ਜੇ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ, ਫਿਰ ਗੁਰੂ ਅਮਰਦਾਸ ਮਹਾਰਾਜ ਕਿਹੜੇ ਐਂਗਲ ਤੋਂ ਕਹਿ ਰਹੇ ਹਨ ਕਿ ਆਓ ਰਲ ਮਿਲ ਕੇ ਮਾਲਕ ਦੀਆਂ ਵਡਿਆਈਆਂ ਕਰੀਏ ਤੇ ਮਾਲਕ ਨੂੰ ਕਥੀਏ। ਉਹਦਾ ਜ਼ਿਕਰ ਫਿਰ ਅੱਗੇ ਸਤਿਗੁਰੂ ਕਰਦੇ ਹਨ ਕਿ ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਆਓ ਰਲ ਮਿਲ ਕੇ ਉਸ ਅਕਥ ਵਾਹਿਗੁਰੂ ਦੀ ਇਹ ਕਹਾਣੀ, ਇਹ ਵਿਚਾਰ ਕਰੀਏ ਕਿ ਕਿਤ ਦੁਆਰੈ ਪਾਈਐ, ਕਿਹੜੇ ਦੁਆਰ, ਕਿਹੜੇ ਰਸਤੇ ਦੇ ਰਾਹੀਂ, ਕਿਹੜੇ ਦਰਵਾਜ਼ੇ ਦੇ ਰਾਹੀਂ ਮਾਲਕ ਨੂੰ ਪਾਇਆ ਜਾ ਸਕਦਾ ਹੈ। ਭਾਵ ਉਹਨੂੰ ਪਾਉਣ ਦਾ ਤਰੀਕਾ ਕਿਹੜਾ ਹੈ। ਕਥਨਾ ਇਹ ਹੈ ਕਿ ਸਾਡੇ ਜੀਵਨ ਦਾ ਮਨੋਰਥ ਹੈ ਗੋਬਿੰਦ ਮਿਲਨ ਕੀ, ਇਹ ਤੇਰੀ ਬਰੀਆ। ਤੇ ਉਹ ਜਿਹੜੀ ਗੋਬਿੰਦ ਮਿਲਣ ਕੀ ਬਰੀਆ ਹੈ, ਉਹ ਅਸੀਂ ਗੋਬਿੰਦ ਨੂੰ ਮਿਲ ਕਿੱਦਾਂ ਸਕਦੇ ਹਾਂ, ਮਾਲਕ ਦਾ ਮਿਲਾਪ ਕਿੱਦਾਂ ਸਾਨੂੰ ਹਾਸਲ ਹੋ ਸਕਦਾ ਹੈ। ਮਹਾਰਾਜ ਕਹਿੰਦੇ ਵਿਚਾਰ ਇਹ ਕਰਨੀ ਹੈ। ਤੇ ਫਿਰ ਅੱਗੇ ਮਹਾਰਾਜ ਕਹਿੰਦੇ ਜਦੋਂ ਇਸ ਚੀਜ਼ ਨੂੰ ਮੁੱਖ ਰੱਖ ਕੇ ਵਿਚਾਰ ਆਪਾਂ ਕਰਾਂਗੇ ਤੇ ਗੱਲ ਕਿਹੜੇ ਨਤੀਜੇ ਤੇ ਪਹੁੰਚੇਗੀ ਕਿ ਮਾਲਕ ਨੂੰ ਕਿੱਦਾਂ ਪਾਇਆ ਜਾ ਸਕਦਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਗੁਰੂ ਰਾਹੀਂ ਮਾਲਕ ਨੂੰ ਪਾਇਆ ਜਾ ਸਕਦਾ ਹੈ। ਬਾਣੀ 'ਚ ਗੁਰੂ ਨੂੰ ਜਹਾਜ਼ ਵੀ ਕਿਹਾ ਗਿਆ ਹੈ, ਗੁਰੂ ਨੂੰ ਸੇਤੂ ਪੁਲ ਵੀ ਕਿਹਾ ਗਿਆ ਹੈ, ਗੁਰੂ ਨੂੰ ਕੁੰਜੀ ਵੀ ਕਿਹਾ ਗਿਆ ਹੈ, ਗੁਰੂ ਨੂੰ ਜਹਾਜ਼ ਵੀ ਕਿਹਾ ਗਿਆ ਹੈ। ਸਤਿਗੁਰੂ ਹੈ ਬੋਹਿਥਾ, ਵਿਰਲਾ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ, ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਓ ਨਾ ਕੋਏ। ਇਦਾਂ ਦੀ ਬੇਅੰਤ ਵਡਿਆਈ ਗੁਰੂ ਕੀ ਬਾਣੀ 'ਚ ਕਹੀ ਗਈ ਹੈ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸ਼ੀਠ, ਹਰ ਨਾਮੋ ਮੰਤਰ ਦਿਰੜਾਏਂਦਾ, ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ। ਮੁੱਕਦੀ ਗੱਲ ਕੇ ਬਾਣੀ 'ਚ ਹਜੂਰ ਨੇ ਨਿਚੋੜ ਇਹ ਕੱਢਿਆ ਹੈ ਕਿ ਜੇ ਪਰਮੇਸ਼ਰ ਤੱਕ ਪਹੁੰਚਣਾ ਹੈ ਤੇ ਗੁਰੂ ਰਾਹੀਂ ਹੀ ਪਰਮੇਸ਼ਰ ਤੱਕ ਪਹੁੰਚਿਆ ਜਾ ਸਕਦਾ ਹੈ, ਗੁਰੂ ਤੋਂ ਬਿਨਾਂ ਨਹੀਂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨ ਗੁਰ ਪੂਰੈ ਨਾਹੀ ਉਧਾਰ, ਬਾਬਾ ਨਾਨਕ ਆਖੈ ਇਹੋ ਵਿਚਾਰ।
ਮਹਾਰਾਜ ਕਹਿੰਦੇ ਗੁਰੂ ਰਾਹੀਂ ਉਸ ਮਾਲਕ ਨੂੰ ਪਾਇਆ ਜਾ ਸਕਦਾ ਹੈ। ਤੇ ਇਹ ਨਹੀਂ ਕਿ ਬਾਹਰੋਂ ਬੰਦਾ ਆਵੇ ਤੇ ਕਵੇ ਜੀ ਆਪਾਂ ਗੁਰੂ ਕੋਲ ਆਉਂਦੇ ਹਾਂ ਤੇ ਹੁਣ ਗੱਲ ਬਣ ਜਾਏਗੀ। ਗੁਰੂ ਕੋਲ ਆਉਣ ਦਾ, ਗੁਰੂ ਵਾਲੇ ਬਣਨ ਦਾ ਭਾਵ ਹੈ ਪੂਰੀ ਤਰ੍ਹਾਂ ਗੁਰੂ ਨੂੰ ਸਮਰਪਿਤ ਹੋਣਾ। ਤਨ ਮਨ ਧਨ ਸਭ ਸੌਂਪ ਗੁਰ ਕੋ। ਆਪਣਾ ਤਨ, ਆਪਣਾ ਮਨ, ਧਨ ਸਾਰਾ ਕੁਝ ਗੁਰੂ ਨੂੰ ਸਮਰਪਿਤ ਕਰ ਦੇਣਾ ਤੇ ਗੁਰੂ ਦੇ ਹੁਕਮ ਨੂੰ ਮੰਨਣਾ। ਭਾਵ ਨਾ ਤਨ ਦਾ ਕੋਈ ਮਾਣ ਰੱਖਣਾ, ਨਾ ਮਨ ਦੀਆਂ ਚਲਾਕੀਆਂ ਸਿਆਣਪਾਂ ਦਾ ਕੋਈ ਮਾਣ ਰੱਖਣਾ, ਨਾ ਕੋਈ ਧਨ ਦਾ। ਕਿਉਂਕਿ ਵੇਖੋ ਦੁਨਿਆਵੀ ਤੌਰ ਤੇ ਕੀ ਹੁੰਦਾ ਹੈ, ਬੰਦਾ ਜਦੋਂ ਕੋਈ ਸਾਡੀ ਜ਼ਿੰਦਗੀ ਦਾ, ਜੀਵਨ ਅੰਦਰ ਕੋਈ ਕੰਮ ਅਟਕਦਾ ਹੈ, ਆਮ ਤੌਰ ਤੇ ਕੀ ਹੁੰਦਾ ਹੈ, ਬੰਦਾ ਇਹ ਤਿੰਨ ਤਾਕਤਾਂ ਵਰਤਦਾ ਹੈ। ਹੋ ਸਕਦਾ ਕੋਈ ਸਰੀਰ ਕਰਕੇ ਤਕੜਾ ਬਲਵਾਨ ਹੋਵੇ, ਉਹ ਆਪਣੇ ਤਨ ਦੀ ਤਾਕਤ ਨੂੰ ਵਰਤ ਕੇ ਤੇ ਵਿਗੜੇ ਹੋਏ ਅਧੂਰੇ ਕੰਮ ਨੂੰ ਪੂਰਿਆਂ ਕਰਨ ਦੀ ਕੋਸ਼ਿਸ਼ ਕਰੇ। ਕੋਈ ਮਨ ਦੀ ਸਿਆਣਪ ਨੂੰ, ਚਲਾਕੀ ਨੂੰ ਵਰਤ ਕੇ ਤੇ ਉਹ ਕੰਮ ਨੂੰ ਸਵਾਰਨ ਦੀ ਕੋਸ਼ਿਸ਼ ਕਰਦਾ ਹੈ। ਤੇ ਕਈ ਵਾਰ ਨਾ ਤਨ ਦੀ ਤਾਕਤ ਕੰਮ ਆਉਂਦੀ ਹੈ, ਨਾ ਮਨ ਦੀ ਸਿਆਣਪ ਚਲਾਕੀ ਕੰਮ ਆਉਂਦੀ ਹੈ। ਫਿਰ ਬੰਦਾ ਧਨ ਦੀ ਤਾਕਤ ਵਰਤ ਕੇ ਸੋਚਦਾ ਮੈਂ ਧਨ ਦੇ ਰਾਹੀਂ ਕੰਮ ਨੂੰ ਸਵਾਰ ਲਵਾਂਗਾ, ਪੈਸੇ ਦੇ ਰਾਹੀਂ ਕੰਮ ਨੂੰ ਸਵਾਰ ਲਵਾਂਗਾ। ਮਹਾਰਾਜ ਕਹਿੰਦੇ ਠੀਕ ਹੈ, ਤੂੰ ਦੁਨਿਆਵੀ ਤੌਰ ਤੇ ਕੰਮ ਤਨ ਦੀ, ਮਨ ਦੀ, ਧਨ ਦੀ ਤਾਕਤ ਦੇ ਨਾਲ ਹੋ ਸਕਦਾ ਸਵਾਰ ਲਵੇਂ, ਪਰ ਇਹ ਜਿਹੜੀ ਰੱਬੀ ਮਿਲਾਪ ਦੀ ਖੇਡ ਹੈ ਨਾ, ਇਹ ਕੋਈ ਸਰੀਰ ਦੇ ਜ਼ੋਰ ਦੀ ਖੇਡ ਨਹੀਂ ਹੈ। ਜਿਵੇਂ ਪਿਛਲੀ ਪੌੜੀ ਅੰਦਰ ਵੀ ਮਹਾਰਾਜ ਨੇ ਕਿਹਾ ਗੁਰਪ੍ਰਸਾਦੀ ਖੇਡ ਹੈ, ਇਹ ਗੁਰੂ ਦੀ ਕਿਰਪਾ ਦੀ ਨਦਰ ਦੀ ਖੇਡ ਹੈ। ਜਿਹਨੂੰ ਉਹ ਮਾਲਕ ਬਖਸ਼ਦਾ ਹੈ ਦਾਤ, ਉਹੀ ਪਾ ਸਕਦਾ ਹੈ। ਨਹੀਂ ਤੇ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਪਾਤਸ਼ਾਹ ਜੀ ਕਹਿੰਦੇ ਇਹ ਸਾਰਾ ਕੁਝ ਮਾਲਕ ਅੱਗੇ ਸਮਰਪਿਤ ਕਰਨਾ ਪਵੇਗਾ, ਇਹ ਕਬੂਲ ਕਰਨਾ ਪਵੇਗਾ। ਮਾਲਕ ਜੀ ਮੈਂ ਨਾ ਤਨ ਮੇਰਾ, ਨਾ ਮਨ ਮੇਰਾ, ਨਾ ਧਨ ਮੇਰਾ, ਭਾਵ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਤਨ ਦੀ, ਮਨ ਦੀ, ਧਨ ਦੀ ਤਾਕਤ ਦਾ ਅਭਿਮਾਨ ਛੱਡਣਾ, ਸਮਰਪਿਤ ਕਰ ਦੇਣਾ ਆਪਣਾ ਆਪ ਗੁਰੂ ਨੂੰ। ਮੈਂ ਨਹੀਂ, ਪ੍ਰਭ ਸਭ ਕਿਛ ਤੇਰਾ। हे ਮੇਰੇ ਮਾਲਕ ਜੀ ਮੇਰਾ ਕੁਝ ਨਹੀਂ ਹੈ, ਸਾਰਾ ਕੁਝ ਤੁਹਾਡਾ ਹੀ ਤੇ ਦਿੱਤਾ ਹੋਇਆ ਹੈ। ਗੁਰੂ ਅੱਗੇ ਆਪਣੇ ਆਪ ਨੂੰ ਸਮਰਪਿਤ ਕਰਨਾ, ਜਿਵੇਂ ਭਾਈ ਲਹਿਣੇ ਨੇ ਗੁਰੂ ਨਾਨਕ ਜੀ ਨੂੰ ਸਮਰਪਿਤ ਕਰ ਦਿੱਤਾ ਆਪਾਂ। ਇੱਕ ਸਮਾਂ ਐਸਾ ਆਇਆ ਜਦੋਂ ਸਾਰੇ ਗੁਰੂ ਨਾਨਕ ਮਹਾਰਾਜ ਜੀ ਤੋਂ ਲਾਂਭੇ ਹੋ ਗਏ। ਭਾਈ ਲਹਿਣੇ ਨੂੰ ਵੀ ਮਹਾਰਾਜ ਕਹਿਣ ਲੱਗਿਆ ਲਹਿਣਿਆ ਤੂੰ ਵੀ ਚਲਿਆ ਜਾ, ਜਦੋਂ ਬਾਕੀ ਚਲੇ ਗਏ ਨੇ। ਤੇ ਭਾਈ ਲਹਿਣਾ ਕਹਿਣ ਲੱਗੇ ਮਹਾਰਾਜ ਬਾਕੀਆਂ ਕੋਲ ਤੁਹਾਡੇ ਤੋਂ ਪਰਤ ਕੇ ਕੋਈ ਹੋਰ ਥਾਂ ਹੋ ਸਕਦੀ ਹੈ ਜਿੱਥੇ ਉਹ ਗਏ ਨੇ, ਪਰ ਲਹਿਣੇ ਦੇ ਕੋਲ ਤੇ ਤੁਹਾਡੇ ਤੋਂ ਬਿਨਾਂ ਥਾਂ ਹੀ ਕੋਈ ਨਹੀਂ ਹੈ। ਮਹਾਰਾਜ ਤੁਹਾਨੂੰ ਛੱਡ ਕੇ ਦੱਸੋ ਮੈਂ ਜਾਵਾਂ ਤੇ ਕਿੱਥੇ ਜਾਵਾਂ। ਤੇ ਗੁਰੂ ਨਾਨਕ ਜੀ ਨੇ ਗਲਵੱਕੜੀ 'ਚ ਲੈ ਕੇ ਕਿਹਾ ਸੀ ਲਹਿਣਿਆ ਜੇ ਤੇਰੇ ਕੋਲ ਮੇਰੇ ਤੋਂ ਬਿਨਾਂ ਕੋਈ ਥਾਂ ਨਹੀਂ ਹੈ ਤੇ ਮੇਰੇ ਕੋਲ ਵੀ ਤੇਰੇ ਤੋਂ ਬਿਨਾਂ ਕੋਈ ਥਾਂ ਨਹੀਂ ਹੈ। ਸਤਿਗੁਰੂ ਨੇ ਆਪਣਾ ਆਪਾ ਲਹਿਣੇ 'ਚ ਲੀਨ ਕਰ ਦਿੱਤਾ ਤੇ ਬਣ ਗਏ ਗੁਰੂ ਅੰਗਦ। ਗੁਰ ਅੰਗਦ ਗੁਰ ਅੰਗ ਤੇ ਅੰਮ੍ਰਿਤ ਬਿਰਖ ਫਲ ਅੰਮ੍ਰਿਤ ਫਲਿਆ, ਜੋਤੀ ਜੋਤ ਜਗਾਇਨ ਦੀਵੇ ਤੇ ਜੋ ਦੀਵਾ ਬਲਿਆ। ਔਰ ਇਹ ਬਖਸ਼ਿਸ਼ ਵਰਤੀ ਕਦੋਂ ਹੈ? ਜਦੋਂ ਭਾਈ ਲਹਿਣੇ ਨੇ ਪੂਰੀ ਤਰ੍ਹਾਂ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦਿੱਤਾ। ਅਮਰਦਾਸ ਸਾਹਿਬ ਗੁਰੂ ਅਮਰਦਾਸ ਕਦੋਂ ਬਣੇ ਹਨ? ਜਦੋਂ ਉਹਨਾਂ ਨੇ ਪੂਰੀ ਤਰ੍ਹਾਂ ਆਪਣਾ ਆਪ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਸਮਰਪਿਤ ਕਰ ਦਿੱਤਾ ਹੈ। ਉਹੀ ਨੁਕਤਾ, ਉਹੀ ਜੁਗਤੀ ਉਹ ਸਾਨੂੰ ਸਮਝਾ ਰਹੇ ਨੇ ਕਿ ਭਾਈ ਜੇ ਤੁਸੀਂ ਵੀ ਉੱਥੋਂ ਤੱਕ ਪਹੁੰਚਣਾ ਹੈ ਨਾ, ਆਵੋ ਫਿਰ ਤੁਹਾਨੂੰ ਅਸੀਂ ਦੱਸਦੇ ਹਾਂ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਗੁਰੂ ਦੇ ਹੁਕਮ ਨੂੰ ਮੰਨੋ। ਜੇ ਗੁਰੂ ਦੇ ਹੁਕਮ ਨੂੰ ਮੰਨੋਗੇ ਤੇ ਆਨੰਦ ਨੂੰ ਵੀ ਪਾ ਲਵੋਗੇ, ਪਰਮੇਸ਼ਰ ਨੂੰ ਵੀ ਪਾ ਲਵੋਗੇ। ਜਿਹਨੇ ਪਰਮੇਸ਼ਰ ਨੂੰ ਪਾ ਲਿਆ ਉਹਨੇ ਆਨੰਦ ਨੂੰ ਪਾ ਲਿਆ। ਆਨੰਦ ਮਿਲਦਾ ਹੀ ਉਹਨੂੰ ਹੈ ਜਿਹੜਾ ਪਰਮੇਸ਼ਰ 'ਚ ਲੀਨ ਹੋ ਗਿਆ, ਅਪੇਦ ਹੋ ਗਿਆ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਅੱਗੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰੂ ਦਾ ਹਮੇਸ਼ਾ ਹੁਕਮ ਮੰਨਣਾ ਹੈ ਤੇ ਗੁਰੂ ਦੇ ਹੁਕਮ ਨੂੰ ਮੰਨਣ ਦੇ ਲਈ ਗੁਰੂ ਦੇ ਹੁਕਮ ਨੂੰ ਜਾਣਨਾ ਜ਼ਰੂਰੀ ਹੈ। ਤੇ ਉਹ ਜਾਣ ਸਕਦੇ ਹਾਂ ਆਪਾਂ ਤਾਂ ਜੇ ਗੁਰੂ ਦੇ ਹੁਕਮ ਰੂਪ ਬਾਣੀ ਦੇ ਨਾਲ ਜੁੜਾਂਗੇ। ਇਸ ਕਰਕੇ ਗਾਵੋ ਸੱਚੀ
ਬਾਣੀ ਹਮੇਸ਼ਾ ਇਹ ਸੱਚੀ ਬਾਣੀ ਧੁਰ ਕੀ ਬਾਣੀ ਦੇ ਨਾਲ ਜੁੜਨਾ ਹੈ। ਔਰ ਗੁਰਬਾਣੀ ਦੇ ਨਾਲ ਜੁੜਨ ਦੇ ਹੀ ਇਹ ਸਾਰੇ ਤਰੀਕੇ ਨੇ। ਗੁਰਬਾਣੀ ਦਾ ਪਾਠ ਕਰਨਾ, ਗੁਰਬਾਣੀ ਦਾ ਗਾਇਨ ਕਰਨਾ, ਗੁਰਬਾਣੀ ਦੀ ਵਿਚਾਰ ਕਰਨੀ। ਮੂਲ ਰੂਪ ਦੇ ਵਿੱਚ ਆਪਾਂ ਜੁੜਨਾ ਹੈ ਬਾਣੀ ਦੇ ਨਾਲ, ਕਿਉਂਕਿ ਬਾਣੀ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਰਾਹੀਂ ਹੀ ਸਾਡਾ ਉਧਾਰ ਹੈ। ਅਖੀਰ ਚ ਮਹਾਰਾਜ ਕਹਿੰਦੇ, ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। हे ਗੁਰਮੁਖ ਜਨੋ, ਸੰਤ ਜਨੋ, ਕਥਿਓ ਅਕਥ ਕਹਾਣੀ। ਉਸ ਅਕਥ ਵਾਹਿਗੁਰੂ ਦੀਆਂ ਕਹਾਣੀਆਂ, ਕਥੋ ਭਾਵ ਉਸ ਪਰਮੇਸ਼ਰ ਦੀ, ਕਰਤੇ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੇ ਨਾਲ ਜੁੜੋ ਤੇ ਗੁਰੂ ਨੂੰ ਆਪਣਾ ਆਪ ਸਮਰਪਿਤ ਕਰਕੇ ਇਹ ਸਮਝੋ ਕਿ ਕਿਵੇਂ ਉਸ ਮਾਲਕ ਨੂੰ ਪਾਇਆ ਜਾ ਸਕਦਾ ਹੈ, ਕਿਵੇਂ ਉਸ ਮਾਲਕ ਤੱਕ ਪਹੁੰਚਿਆ ਜਾ ਸਕਦਾ ਹੈ। ਤੇ ਸਤਿਗੁਰੂ ਨੇ ਪੂਰੀ ਪੌੜੀ ਦੇ ਰਾਹੀਂ ਨਿਚੋੜ ਇਹੀ ਕੱਢ ਕੇ ਸਾਨੂੰ ਸਮਝਾਇਆ ਹੈ ਕਿ ਨਾ ਆਪਣੇ ਬਲ, ਨਾ ਬੁੱਧ, ਨਾ ਧਨ ਦੀ ਤਾਕਤ ਦਾ ਮਾਣ ਕਰਨਾ ਹੈ। ਗੁਰੂ ਅੱਗੇ ਨਿਮਾਣੇ ਨਿਤਾਣੇ ਹੋ ਕੇ ਆਪਣਾ ਆਪ ਸਮਰਪਿਤ ਕਰਨਾ ਹੈ। ਫਿਰ ਗੁਰੂ ਦੀਆਂ ਬਖਸ਼ਿਸ਼ਾਂ ਮਿਲਦੀਆਂ ਨੇ। ਤੇ ਇਹੀ ਹੈ ਗੁਰੂ ਨਾਨਕ ਜੀ ਦੇ ਉਹ ਬਚਨ ਵੀ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਉਹ ਸਿਰ ਧਰ ਤਲੀ ਦਾ ਭਾਵ ਵੀ ਹੈ ਐਨ ਸਮਰਪਿਤ ਹੋ ਕੇ ਆਵੋ। ਮਨ ਦੀ ਮੱਤ ਛੱਡ ਕੇ, ਮਨ ਦਾ ਮਾਣ ਛੱਡ ਕੇ ਆਵੋ। ਸਿਰ ਧਰ ਤਲੀ ਗਲੀ ਮੇਰੀ ਆਵੋ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਤਿਗੁਰੂ ਮਿਹਰ ਕਰਨ, ਗੁਰੂ ਕੇ ਬਚਨ, ਗੁਰੂ ਕੇ ਉਪਦੇਸ਼ ਸਾਡੇ ਹਿਰਦਿਆਂ 'ਚ ਵਸਣ। ਗੁਰਮਤਿ ਦੇ ਧਾਰਨੀ ਗਾਵੋ ਸੱਚੀ ਬਾਣੀ ਦੇ ਧਾਰਨੀ ਬਣ ਕੇ ਆਨੰਦ ਅਵਸਥਾ ਤੱਕ ਪਹੁੰਚੀਏ। ਜੀਵਨ ਸਫਲ ਸਕਾਰਤ ਹੋਵੇ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।